ਮੁਰਦੇ ਦੀ ਤਾਕਤ। ਕੁਲਵੰਤ ਸਿੰਘ ਵਿਰਕ। ਆਵਾਜ਼ ਮਨਪ੍ਰੀਤ ਸਹੋਤਾ। ਸੱਜਰੇ ਬਣੇ ਪਾਕਿਸਤਾਨ ਵਿੱਚ ਗੋਗੀਰਾ ਬ੍ਰਾਂਚ ਨਹਿਰ ਦੇ ਕੰਢੇ ਇੱਕ ਬੰਗਲੇ ਵਿੱਚ ਮੇਰਾ ਬਸੇਰਾ ਸੀ। ਇੱਥੋਂ ਥੋੜ੍ਹੀ ਦੂਰ ਸੱਚੇ ਸੌਦੇ ਦਾ ਰਿਫਿਊਜੀ ਕੈਂਪ ਸੀ। ਇਹ ਕੈਂਪ ਮੇਰੇ ਕਿਆਸ ਵਿੱਚ ਪੱਛਮੀ ਪੰਜਾਬ ਦਾ ਸਭ ਤੋਂ ਵੱਡਾ ਰਿਫਿਊਜੀ ਕੈਂਪ ਸੀ। 2-3 ਮੀਲਾਂ ਦੇ ਘੇਰੇ ਵਿੱਚ ਕੋਈ 2 ਲੱਖ ਜੀ ਡੱਕੇ ਹੋਏ ਸਨ। ਇਹਨਾਂ ਦੀ ਹਿਫਾਜ਼ਤ ਲਈ ਗੜਵਾਲੀਆਂ ਦੀਆਂ 2 ਪਲਟੂਨਾਂ ਬੰਗਲੇ ਦੇ ਬਾਹਰਲੇ ਪਲਾਟਾਂ ਵਿੱਚ ਤੰਬੂ ਲਾ ਕੇ ਰਹਿੰਦੀਆਂ ਸਨ। ਪਾਕਿਸਤਾਨ ਸਰਕਾਰ ਨੇ ਵੀ ਪਾਕਿਸਤਾਨ ਆਰਮਡ ਪੁਲਿਸ ਦੇ ਕੋਈ 50 ਆਦਮੀ ਇਸ ਬੰਗਲੇ ਦੇ ਨੇੜੇ ਬਿਠਾਏ ਹੋਏ ਸਨ। ਇਹਨਾਂ ਦਾ ਕੰਮ ਵੀ ਰਿਫਿਊਜੀ ਕੈਂਪ ਦੀ ਰਾਖੀ ਦੱਸਿਆ ਜਾਂਦਾ ਸੀ। ਅਸਲ ਵਿੱਚ ਉਹ ਕੈਂਪ ਵਾਲਿਆਂ ਦੀ ਰਾਖੀ ਨਹੀਂ ਕਰਦੇ ਸਨ, ਸਗੋਂ ਕੈਂਪ ਵਾਲਿਆਂ ਤੋਂ ਬਾਹਰਲੇ ਪਿੰਡਾਂ ਦੀ ਰਾਖੀ ਕਰਦੇ ਸਨ। ਸਰਕਾਰ ਨੂੰ ਇਹ ਸ਼ਿਕਾਇਤ ਸੀ ਕਿ ਰਾਤ ਵੇਲੇ ਕੈਂਪ ਵਿੱਚੋਂ ਸਿੱਖ ਬੰਦੂਕਾਂ ਲੈ ਕੇ ਤੇ ਘੋੜਿਆਂ ਤੇ ਚੜ੍ਹ ਕੇ ਦੂਰ-ਦੂਰ ਦੇ ਪਿੰਡਾਂ ਵਿੱਚ ਜਾ ਕੇ ਬਲਵੇ ਫਸਾਦ ਕਰਦੇ ਹਨ। ਪਾਕਿਸਤਾਨ ਪੁਲਿਸ ਦੇ ਇਹ ਸਿਪਾਹੀ, ਜਿਹੜੇ ਸਾਰੇ ਦੇ ਸਾਰੇ ਫੌਜ ਵਿੱਚੋਂ ਸੱਜਰੇ ਕੱਢੇ ਹੋਏ ਛਾਛੀ ਸਨ, ਕੈਂਪ ਦੇ ਦਿਵਾਲੇ ਚੱਕਰ ਲਾਉਂਦੇ ਰਹਿੰਦੇ ਤੇ ਜਿਹੜਾ ਬੰਦਾ ਕੈਂਪ ਤੋਂ ਬਾਹਰ ਭੌਂਦਾ ਮਿਲ ਜਾਂਦਾ, ਉਸ ਨੂੰ ਗੋਲੀ ਮਾਰ ਕੇ ਮਾਰ ਦਿੰਦੇ। ਗੜਵਾਲੀਆਂ ਨੂੰ ਇਸ ਗੱਲ ਦਾ ਪਤਾ ਸੀ, ਪਰ ਉਹ ਬੇਬਸ ਸਨ। ਉਸ ਵੇਲੇ ਜੋ ਥੋੜ੍ਹਾ ਬਹੁਤ ਕਾਨੂੰਨ ਹੈ ਸੀ, ਉਸ ਦੇ ਮੁਤਾਬਕ ਕੈਂਪ ਵਿੱਚ ਰਹਿੰਦੇ ਕਿਸੇ ਆਦਮੀ ਲਈ ਕੈਂਪ ਤੋਂ ਬਾਹਰ ਭੌਣਾ ਜੁਰਮ ਸੀ, ਭਾਵੇਂ ਕੈਂਪ ਦੇ ਨਾਲ ਲੱਗਦੀ ਪੈਲੀ ਉਸ ਦੀ ਆਪਣੀ ਮਾਲਕੀ ਹੀ ਕਿਉਂ ਨਾ ਹੋਵੇ। ਪੁਲਿਸ ਦੀ ਬੋਲੀ ਵਿੱਚ ਛਾਛੀ ਉਸ ਬਾਰੇ ਇਹ ਕਹਿੰਦੇ ਕਿ ਉਹ ਕਿਧਰੇ ਵਾਰਦਾਤ ਕਰਨ ਚੱਲਿਆ ਸੀ। ਦੋਹਾਂ ਧਿਰਾਂ ਨੂੰ ਇਹ ਤੇ ਪਤਾ ਸੀ ਕਿ ਵਾਰਦਾਤ ਕਰਨ ਜਾਣ ਵਾਲੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ, ਪਰ ਛਾਛੀ ਸੱਜਰੀ ਲੋਥ ਕਦੀ ਲੱਭਣ ਹੀ ਨਾ ਦਿੰਦੇ ਤੇ ਨਾ ਕਦੀ ਇਹ ਮੰਨਦੇ ਕਿ ਉਹਨਾਂ ਕਿਸੇ ਨੂੰ ਗੋਲੀ ਮਾਰੀ ਹੈ। ਹੌਲੀ-ਹੌਲੀ ਕੈਂਪ ਦੇ ਲੋਕੀ ਪੈਦਲ ਕਾਫਲਿਆਂ ਵਿੱਚ, ਮੋਟਰਾਂ ਵਿੱਚ ਤੇ ਗੱਡੀਆਂ ਵਿੱਚ ਉੱਥੋਂ ਨਿਕਲਦੇ ਗਏ ਤੇ ਕੈਂਪ ਸੌੜਾ ਹੁੰਦਾ ਗਿਆ। ਪਰ ਛਾਛੀਆਂ ਦੇ ਡਰ ਨੇ ਇਸ ਨੂੰ ਹੋਰ ਵੀ ਸੌੜਾ ਕਰ ਦਿੱਤਾ ਸੀ। ਕੋਈ ਆਦਮੀ ਆਪਣੀ ਟੱਪਰੀ ਤੋਂ ਬਹੁਤ ਦੂਰ ਜੰਗਲ ਪਾਣੀ ਵੀ ਨਾ ਜਾਂਦਾ, ਕੋਈ ਕੋਲ ਵਗਦੇ ਸੂਏ ਤੇ ਹੱਥ ਧੋਣ ਵੀ ਨਾ ਜਾਂਦਾ। ਕਹਿੰਦੇ ਛਾਛੀ ਗੋਲੀ ਮਾਰ ਦੇਣਗੇ। ਉਹਨਾਂ ਵਿੱਚੋਂ ਕਿਸੇ ਨੇ ਕਿਸੇ ਛਾਛੀ ਨੂੰ ਉਸਦੇ ਨੇੜੇ ਖਲੋ ਕੇ ਨਹੀਂ ਵੇਖਿਆ ਸੀ। ਨੀਮ ਸਲੇਟੀ ਵਰਦੀਆਂ ਪਾ ਕੇ ਤੇ ਹੱਥ ਵਿੱਚ ਬੰਦੂਕ ਫੜੀ ਭੌਂਦਿਆਂ ਨੂੰ ਉਹ ਦੂਰੋਂ ਵੇਖ ਕੇ ਉਹਨਾਂ ਵੱਲ ਉਂਗਲਾਂ ਕਰਦੇ, ਪਰ ਕਦੀ ਕਿਸੇ ਨੂੰ ਉਹਨਾਂ ਕੋਲ ਹੋਣ ਜਾਂ ਉਹਨਾਂ ਨਾਲ ਗੱਲ ਕਰਨ ਦਾ ਹੌਸਲਾ ਨਹੀਂ ਪਿਆ ਸੀ। ਗੜਵਾਲੀ ਇਹ ਜਾਣਦੇ ਸਨ ਕਿ ਕੈਂਪ ਦੇ ਲੋਕ ਛਾਛੀਆਂ ਤੋਂ ਬਹੁਤ ਡਰਦੇ ਹਨ। ਜਦੋਂ ਕੈਂਪ ਦੇ ਅੰਦਰ ਡਿਊਟੀ ਦਿੰਦੇ ਤਾਂ ਲੋਕੀ ਉਹਨਾਂ ਤੋਂ ਛਾਛੀਆਂ ਬਾਰੇ ਗੱਲਾਂ ਪੁੱਛਦੇ। ਉਹ ਸਾਰੇ ਕਿੰਨੇ ਨੇ? ਤੁਸੀਂ ਕਿੰਨੇ ਹੋ? ਉਹਨਾਂ ਕੋਲ ਕੀ ਹਥਿਆਰ ਨੇ? ਤੁਹਾਡੇ ਕੋਲ ਕੀ ਨੇ? ਗੜਵਾਲੀ ਇਸ ਗੱਲ ਤੋਂ ਬੜਾ ਚਿੜਦੇ ਕਿ ਕੈਂਪ ਦੇ ਲੋਕੀ ਛਾਛੀਆਂ ਨੂੰ ਉਹਨਾਂ ਦੇ ਮੁਕਾਬਲੇ ਦਾ ਸਮਝਦੇ ਹਨ। ਇਸ ਵਿੱਚ ਉਹ ਆਪਣੀ ਬੜੀ ਹੇਠੀ ਸਮਝਦੇ ਤੇ ਛਾਛੀਆਂ ਦੀ ਵਡਿਆਈ। ਫਿਰ ਦੂਸਰਾ ਦੌਰ ਆਇਆ। ਕੈਂਪ ਵਿੱਚ ਰਹਿੰਦਿਆਂ ਲੋਕਾਂ ਦੇ ਹੌਸਲੇ ਹੌਲੀ-ਹੌਲੀ ਟੁੱਟ ਗਏ ਸਨ। ਕਾਨੂੰਨ ਦਾ ਮਾਣ ਵੀ ਹੁਣ ਆਪਣੇ ਅਸਲੀ ਪੱਧਰ ਵੱਲ ਆ ਰਿਹਾ ਸੀ। ਜ਼ਿਲ੍ਹੇ ਦੇ ਪੁਲਿਸ ਅਫਸਰਾਂ ਨੂੰ ਚੂੰਕਿ ਹੁਣ ਕੈਂਪ ਤੋਂ ਕੋਈ ਖਤਰਾ ਨਹੀਂ ਰਿਹਾ ਸੀ, ਇਸ ਲਈ ਉਹਨਾਂ ਨੇ ਛਾਛੀਆਂ ਨੂੰ ਸਖਤੀ ਕਰਨ ਤੋਂ ਹਟਕ ਦਿੱਤਾ। ਗੜਵਾਲੀਆਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਦੇ ਸਿਰ ਵਿੱਚੋਂ ਸਮਝੋ ਜੂੰ ਮਰ ਗਈ। ਕੈਂਪ ਤੇ ਛਾਛੀਆਂ ਦਾ ਰੋਹਬ ਹੁਣ ਪਿੰਡ ਦੇ ਚੌਕੀਦਾਰ ਤੋਂ ਵੱਧ ਨਹੀਂ ਰਿਹਾ ਸੀ। ਉਹ ਐਵੇਂ ਫੋਕੇ ਹੀ ਬੰਦੂਕਾਂ ਲੈ ਕੇ ਭੌਂਦੇ ਰਹਿੰਦੇ। ਗੜਵਾਲੀਆਂ ਨੇ ਕੈਂਪ ਦੀਆਂ ਪੁਰਾਣੀਆਂ ਹੱਦਾਂ ਤੇ ਝੰਡੀਆਂ ਲਾ ਦਿੱਤੀਆਂ ਤੇ ਲੋਕੀ ਖੁੱਲ੍ਹਾ ਉੱਥੋਂ ਤੱਕ ਭੌਂਦੇ ਰਹਿੰਦੇ। ਝੰਡੀਆਂ ਸਾਹਮਣੇ ਹੋਣ ਕਰਕੇ ਛਾਛੀ ਕਿਸੇ ਨੂੰ ਐਵੇਂ ਹੀ ਫੜ ਕੇ ਹੁਣ ਇਹ ਨਹੀਂ ਆਖ ਸਕਦੇ ਸਨ ਕਿ ਉਹ ਕੈਂਪ ਦੀ ਹੱਦ ਤੋਂ ਬਾਹਰ ਵਾਰਦਾਤ ਕਰਨ ਚੱਲਿਆ ਸੀ। ਝੰਡੀਆਂ ਦੇ ਕੋਲ ਖਲੋ ਕੇ ਲੋਕੀ ਛਾਛੀਆਂ ਨੂੰ ਇੱਧਰ-ਉੱਧਰ ਪਹਿਰੇਦਾਰਾਂ ਵਾਂਗੂ ਭੌਂਦਾ ਵੇਖਦੇ ਰਹਿੰਦੇ। ਉਹਨਾਂ ਦੀ ਹੁਣ ਸਾਰੀ ਫੂਕ ਨਿਕਲ ਚੁੱਕੀ ਸੀ। ਵਾਪਸ ਬਾਰਕਾਂ ਵਿੱਚ ਤੇ ਛਾਛੀਆਂ ਦਾ ਅਸਲੋਂ ਕੋਈ ਰੋਹਬ ਨਹੀਂ ਸੀ। ਉਹਨਾਂ ਦੀਆਂ ਬੰਦੂਕਾਂ ਫੌਜ ਦੇ ਰੱਦ ਕੀਤੇ ਨਿਕੰਮੇ ਮਾਡਲ ਦੀਆਂ ਹਨ। ਗੜਵਾਲੀਆਂ ਨੂੰ ਚੂੰਕਿ ਇਹਨਾਂ ਬੰਦੂਕਾਂ ਦੀ ਅਸਲੀਅਤ ਦਾ ਪਤਾ ਸੀ, ਇਸ ਲਈ ਉਹਨਾਂ ਸਾਹਮਣੇ ਛਾਛੀਆਂ ਨੂੰ ਇਹ ਚੁੱਕਦਿਆਂ ਬੜੀ ਸ਼ਰਮ ਆਉਂਦੀ। ਰਾਈਫਲ ਸਫਾਈ ਵਾਲੇ ਦਿਨ ਗੜਵਾਲੀ ਆਪਣੀਆਂ ਵਧੀਆ ਨਵੀਆਂ ਬੰਦੂਕਾਂ ਵਿੱਚੋਂ ਫਖਰ ਨਾਲ ਪੁੱਲ ਥਰੂ ਖਿੱਚਦੇ, ਫਿਰ ਉਹਨਾਂ ਨੂੰ ਕਾਕ ਕਰਕੇ ਘੋੜੇ ਦਬਾਉਂਦੇ ਤੇ ਫਿਰ ਇੱਕ ਨਖਰੇ ਜਿਹੇ ਨਾਲ ਸੇਫਟੀ ਕੈਚ ਲਾਉਂਦੇ ਤਾਂ ਦੂਰੋਂ ਦੇਖ ਰਹੇ ਛਾਛੀਆਂ ਦੇ ਮੂੰਹ ਵਿੱਚ ਪਾਣੀ ਭਰ ਆਉਂਦਾ। ਫਿਰ ਗੜਵਾਲੀਏ ਆਪਣੀਆਂ ਲਾਈਟ ਮਸ਼ੀਨ ਗੰਨਾਂ ਤੇ ਮਾਟਰਾਂ ਸਾਫ਼ ਕਰਦੇ ਤੇ ਕਦੀ ਹੈਂਡ ਗ੍ਰੇਨੇਡਾਂ ਨੂੰ ਖੋਲ੍ਹ ਕੇ ਉਹਨਾਂ ਦੇ ਸਪਰਿੰਗ ਟੈਸਟ ਕਰਦੇ। ਉਹਨਾਂ ਦਾ ਸਿਗਨਲਰ ਹਰ ਵੇਲੇ ਆਪਣੇ ਸੈੱਟ ਤੇ ਬੈਠਾ ਲਾਹੌਰ, ਅੰਮ੍ਰਿਤਸਰ ਵਿੱਚ ਆਪਣੇ ਬਟਾਲੀਅਨ ਦੀਆਂ ਹੋਰ ਕੰਪਨੀਆਂ ਨਾਲ ਗੱਲਾਂ ਕਰਦਾ ਰਹਿੰਦਾ। ਇਸ ਸਭ ਕੁਝ ਦੇ ਸਾਹਮਣੇ ਛਾਛੀ ਇਸ ਤਰ੍ਹਾਂ ਮਹਿਸੂਸ ਕਰਦੇ ਜਿਵੇਂ ਕੋਈ ਗਰੀਬ ਮੁੰਡਾ ਆਪਣੇ ਅਮੀਰ ਗਵਾਂਢੀ ਮੁੰਡੇ ਦੇ ਨਵਾਂ ਸਾਈਕਲ ਲੈਣ ਤੇ ਕਰਦਾ ਹੈ। ਦੋਹਾਂ ਧਿਰਾਂ ਦੀ ਆਪੋ ਵਿੱਚ ਕਦੇ ਕੋਈ ਝੜਪ ਨਹੀਂ ਹੋਈ ਸੀ, ਕਦੀ ਤਾਨੇ ਮਿਹਣਿਆਂ ਤੱਕ ਵੀ ਨਹੀਂ ਅੱਪੜੇ ਸਨ। ਆਪੋ ਵਿੱਚ ਸਦਾ ਹੱਸ-ਹੱਸ ਕੇ ਗੱਲਾਂ ਕਰਦੇ, ਪਰ ਦਿਲਾਂ ਵਿੱਚ ਦੋਵੇਂ ਧਿਰਾਂ ਆਪਣੇ ਆਪ ਨੂੰ ਇੱਕ ਦੂਜੇ ਨਾਲ ਮੇਚਦੀਆਂ ਰਹਿੰਦੀਆਂ। ਇਸ ਮੁਕਾਬਲੇ ਵਿੱਚ ਛਾਛੀ
ਦਿਨੋਂ ਦਿਨ ਹੌਲੇ ਹੁੰਦੇ ਜਾ ਰਹੇ ਸਨ ਤੇ ਇਸ ਤਰ੍ਹਾਂ ਲੱਗਦਾ ਸੀ ਕਿਸੇ ਦਿਨ ਉਹ ਆਪਣੇ ਆਪ ਨੂੰ ਆਪਣੇ ਦੇਸ਼ ਵਿੱਚ ਹੀ ਗੜਵਾਲੀਆਂ ਦੇ ਮੁਕਾਬਲੇ ਦਾ ਹੀ ਨਾ ਸਮਝਣਗੇ। ਨਹਿਰ ਗੋਗੀਰਾ ਬ੍ਰਾਂਚ ਐਵੇਂ ਨਾਂ ਦੀ ਹੀ ਬ੍ਰਾਂਚ ਸੀ। ਅਸਲ ਵਿੱਚ ਉਹ ਇੱਕ ਬਹੁਤ ਵੱਡੀ ਨਹਿਰ ਸੀ। ਜਦੋਂ ਇਸ ਦੇ ਗੱਡੀ ਵਾਲੇ ਪੁਲ ਤੋਂ ਗੇਲੀਆਂ ਤੇ ਪੈਰ ਧਰ ਧਰ ਕੇ ਲੰਘਣਾ ਪੈਂਦਾ ਤਾਂ ਇਸ ਦੀ ਸ਼ੂਕਰ ਸੁਣ ਕੇ ਕਈਆਂ ਦੇ ਦਿਲ ਸਹਿਮ ਜਾਂਦੇ ਤੇ ਉਹ ਅਗਾਂਹ ਪੈਰ ਨਾ ਪੁੱਟ ਸਕਦੇ। ਕਿਹਾ ਜਾਂਦਾ ਸੀ ਕਿ ਇਸ ਵਿੱਚ ਡਿੱਗੇ ਟਾਂਗਿਆਂ ਦਾ ਨਾਂ ਨਿਸ਼ਾਨ ਲੱਭਣਾ ਔਖਾ ਸੀ। ਫਸਾਦਾਂ ਦੇ ਦਿਨਾਂ ਵਿੱਚ ਹੋਰ ਨਹਿਰਾਂ ਵਾਂਗ ਇਸ ਵਿੱਚ ਵੀ ਬੜੇ ਮੁਰਦੇ ਰੁੜਦੇ ਆਏ ਸਨ। ਫਿਰ ਇਹ ਕੁਝ ਚਿਰ ਬੰਦ ਰਹੀ। ਬੰਦੀ ਖਤਮ ਹੋਣ ਮਗਰੋਂ ਜਦੋਂ ਇਹ ਨਵੇਂ ਸਿਰਿਓਂ ਚੱਲੀ ਤਾਂ ਮੁਰਦਿਆਂ ਜਾਂ ਲਹੂ ਦਾ ਕੋਈ ਨਿਸ਼ਾਨ ਨਹੀਂ। ਪਾਣੀ ਅਸਲੋਂ ਸਾਫ਼ ਤੇ ਨਿਤਰਿਆ ਹੋਇਆ ਆਉਂਦਾ ਸੀ। ਜਿਹੜੇ ਸਿਪਾਹੀ ਤਰਨਾ ਜਾਣਦੇ ਸਨ ਉਹ ਇਸ ਵਿੱਚ ਚੋਖਾ ਚਿਰ ਨਹਾਉਂਦੇ ਰਹਿੰਦੇ। ਇੱਕ ਦਿਨ ਦੁਪਹਿਰ ਵੇਲੇ ਇਸ ਵਿੱਚ ਇੱਕ ਲੋਥ ਤਰਦੀ ਆਈ। ਇਹ ਲੋਥ ਕਈਆਂ ਹਫ਼ਤਿਆਂ ਪਿੱਛੋਂ ਆਈ ਸੀ, ਇਸ ਲਈ ਬੰਗਲੇ ਦੇ ਦੁਆਲੇ ਵਸਦੇ ਲੋਕਾਂ ਵਿੱਚ ਇਸ ਦਾ ਬੜਾ ਚਰਚਾ ਹੋਇਆ। ਜਿਸਨੇ ਸੁਣਿਆ ਉਸਨੇ ਅਗਲੇ ਨੂੰ ਦੱਸਿਆ, ਪਰ ਬਹੁਤ ਹੈਰਾਨੀ ਕਿਸੇ ਨੂੰ ਨਾ ਹੋਈ। ਆਖਰ ਲੋਥਾਂ ਪਿਛਲੇ ਦਿਨੀ ਪਾਣੀ ਵਿੱਚ ਰੁੜਦੀਆਂ ਹੀ ਰਹੀਆਂ ਸਨ। ਇੱਕ ਦੋ ਦਿਨ ਹੋਰ ਲੰਘੇ ਤੇ ਫਿਰ ਇੱਕ ਦਿਨ ਸਵੇਰੇ 3 ਲੋਥਾਂ ਥੋੜ੍ਹੀ ਵਿੱਥ ਤੇ ਤਰਦੀਆਂ ਲੰਘੀਆਂ। ਉਸ ਦਿਨ ਅਸੀਂ ਨਹਿਰ ਦੀ ਪਟੜੀਓ ਪਟੜੀ ਨਨਕਾਣੇ ਸਾਹਿਬ ਜਾ ਰਹੇ ਸਾਂ। ਬੰਗਲੇ ਤੋਂ ਕੁਝ ਮੀਲਾਂ ਤੇ ਸਾਨੂੰ ਇਹ ਲੋਥਾਂ ਮਿਲੀਆਂ। ਜਦ ਅਸੀਂ ਲੌਡੇ ਵੇਲੇ ਮੁੜ ਕੇ ਆਏ ਤੇ ਇਹ ਹੌਲੀ ਤਰਦੀਆਂ ਮਸਾਂ ਅਜੇ ਮਾਨਾਂ ਵਾਲੇ ਦੀ ਸੇਧ ਤੇ ਹੀ ਅੱਪੜੀਆਂ ਸਨ। ਅਸਾਂ ਇਹ ਗਵੇੜ ਲਾਇਆ ਕਿ ਇਹ ਲਾਸ਼ਾਂ ਕਸ਼ਮੀਰ ਦੀ ਲੜਾਈ ਵਿੱਚ ਮਾਰੇ ਗਏ ਆਦਮੀਆਂ ਦੀਆਂ ਨੇ। ਜਦ ਅਸੀਂ ਵਾਪਸ ਕੈਂਪ ਵਿੱਚ ਅੱਪੜੇ ਤੇ ਉੱਥੇ ਵੀ ਇਹਨਾਂ ਲੋਥਾਂ ਦਾ ਹੀ ਰੌਲਾ ਸੀ। ਇਹ ਗੱਲ ਧੁੰਮੀ ਹੋਈ ਸੀ ਕਿ ਜਿਹੜੀਆਂ ਲਾਸ਼ਾਂ ਅੱਜ-ਕੱਲ੍ਹ ਰੁੜਦੀਆਂ ਆਉਂਦੀਆਂ ਨੇ ਉਹ ਕਸ਼ਮੀਰ ਦੀ ਲੜਾਈ ਵਿੱਚ ਮਾਰੇ ਲੋਕਾਂ ਦੀਆਂ ਨੇ। ਬੰਗਲੇ ਦੇ ਦੁਆਲੇ ਹੁਣ ਇਹ ਖਿਆਲ ਆਮ ਸੀ ਕਿ ਇਹੋ ਜਿਹੀਆਂ ਲੋਥਾਂ ਰੋਜ਼ ਆਇਆ ਕਰਨਗੀਆਂ। ਕਸ਼ਮੀਰ ਦੀ ਲੜਾਈ ਬਾਰੇ ਗੜਵਾਲੀਆਂ ਤੇ ਛਾਛੀਆਂ ਦੀਆਂ ਕਈ ਵੇਰਾਂ ਬਹਿਸਾਂ ਹੋਈਆਂ ਸਨ। ਛਾਛੀ ਕਹਿੰਦੇ ਸਨ ਕਿ ਕਸ਼ਮੀਰ ਵਿੱਚ ਹਿੰਦੁਸਤਾਨੀ ਫੌਜਾਂ ਹਾਰ ਰਹੀਆਂ ਨੇ। ਇਹ ਗੱਲ ਉਹ ਪਾਕਿਸਤਾਨੀ ਅਖਬਾਰਾਂ ਤੋਂ ਪੜ੍ਹਦੇ ਸਨ। ਗੜਵਾਲੀਆਂ ਦਾ ਸਿਗਨਲਰ ਵੀ ਆਪਣੇ ਵਾਇਰਲੈਸ ਸੈੱਟ ਤੇ ਰੋਜ਼ ਹਿੰਦੁਸਤਾਨੀ ਖਬਰਾਂ ਸੁਣਦਾ ਤੇ ਫਿਰ ਸਾਰਿਆਂ ਨੂੰ ਦੱਸਦਾ ਕਿ ਹਿੰਦੁਸਤਾਨੀ ਫੌਜਾਂ ਜਿੱਤ ਰਹੀਆਂ ਨੇ। ਉਹ ਕਹਿੰਦਾ ਕਿ ਮੈਂ ਹਿੰਦੁਸਤਾਨੀ ਖਬਰਾਂ ਲਗਾਵਾਂਗਾ, ਜਿਸ ਦੀ ਮਰਜ਼ੀ ਹੋਵੇ ਆ ਕੇ ਸੁਣ ਲਵੇ। ਸਾਡਾ ਰੇਡੀਓ ਥਾਵਾਂ ਦੇ ਨਾਂ ਲੈ ਕੇ ਦੱਸਦਾ ਹੈ ਕਿ ਪਾਕਿਸਤਾਨੀ ਪਿਛਾਂਹ ਹਟ ਰਹੇ ਹਨ। ਛਾਛੀ ਵੀ ਹੁਣ ਕੰਨੋ ਕੰਨੀ ਸੁਣ ਰਹੇ ਸਨ ਕਿ ਮੁੱਢਲੀਆਂ ਜਿੱਤਾਂ ਪਿੱਛੋਂ ਪਾਕਿਸਤਾਨੀ ਜਗ੍ਹਾ ਛੱਡ ਰਹੇ ਨੇ ਤੇ ਹਿੰਦੁਸਤਾਨੀ ਖੋਇਆ ਹੋਇਆ ਇਲਾਕਾ ਵਾਪਸ ਲੈ ਰਹੇ ਨੇ। ਬੰਗਲੇ ਦੀ ਧਰਤੀ ਤੇ ਹੁਣ ਗੜਵਾਲੀਆਂ ਦੇ ਪੈਰ ਦਿਨੋਂ ਦਿਨ ਜੰਮ ਰਹੇ ਸਨ ਤੇ ਛਾਛੀਆਂ ਦੇ ਦਿਨੋਂ ਦਿਨ ਉਖੜ ਰਹੇ ਸਨ। ਪਹਿਲਾਂ ਉਹ ਕਿਸੇ ਇਕੱਲੇ ਦੁਕੱਲੇ ਗੜਵਾਲੀ ਦੇ ਸਾਹਮਣੇ ਉਹਨਾਂ ਦੀ ਬੋਲੀ ਦੀਆਂ ਸਾਂਗਾਂ ਲਾ ਲਿਆ ਕਰਦੇ ਸਨ, ਪਰ ਹੁਣ ਉਹ ਇਹ ਕੰਮ ਵੀ ਛੱਡ ਗਏ ਸਨ। ਗੜਵਾਲੀਆਂ ਦੀਆਂ ਭਰਰ ਕਰਦੀਆਂ ਮੋਟਰਾਂ, ਉਹਨਾਂ ਦੇ ਸ਼ਿਕਾਰ ਖੇਡਦੇ ਅਫਸਰਾਂ ਦੀਆਂ ਚੱਲਦੀਆਂ ਗੋਲੀਆਂ, ਉਹਨਾਂ ਲਈ ਦੂਰੋਂ ਦੁਰਾਡਿਓਂ ਆਉਂਦੇ ਉਚੇਚੇ ਰਾਸ਼ਨ ਦੇ ਟਰੱਕ ਤੇ ਉਹਨਾਂ ਦਾ ਵਾਇਰਲੈਸ ਸੈੱਟ ਬੰਗਲੇ ਦੇ ਵਾਯੂਮੰਡਲ ਤੇ ਛਾਏ ਰਹਿੰਦੇ। ਛਾਛੀਆਂ ਦੀਆਂ ਵਰਦੀਆਂ ਆਮ ਕਰਕੇ ਮੈਲੀਆਂ ਤੇ ਪੁਰਾਣੀਆਂ ਹੁੰਦੀਆਂ ਤੇ ਉਹਨਾਂ ਦੀਆਂ ਬੰਦੂਕਾਂ ਘਟੀਆ, ਜਿਨ੍ਹਾਂ ਨੂੰ ਉਹ ਦਿਲੋਂ ਨਫ਼ਰਤ ਕਰਦੇ ਸਨ, ਕਿਉਂਕਿ ਉਹਨਾਂ ਵੀ ਫੌਜ ਵਿੱਚ ਵਧੀਆ ਬੰਦੂਕਾਂ ਚਲਾਈਆਂ ਹੋਈਆਂ ਸਨ। ਇਹਨਾਂ ਬੰਦੂਕਾਂ ਕਰਕੇ ਉਹ ਆਪਣੇ ਆਪ ਨੂੰ ਵੀ ਘਟੀਆ ਸਮਝਣ ਲੱਗ ਪਏ ਸਨ। ਹੁਣ ਤੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਧੁੱਪ ਉਹਨਾਂ ਦੇ ਅੰਦਰੀ ਵੜ ਆਈ ਹੈ। ਇੱਕ ਦਿਨ ਅਜੇ ਮਸਾਂ ਦਿਨ ਹੀ ਚੜ੍ਹਿਆ ਸੀ। ਨਾ ਛਾਛੀ ਤੇ ਨਾ ਗੜਵਾਲੀ ਅਜੇ ਕਿਸੇ ਕੰਮ ਲੱਗੇ ਸਨ, ਸਗੋਂ ਨਹਿਰ ਦੇ ਕੰਢੇ ਇੱਧਰ-ਉੱਧਰ ਜੰਗਲ ਪਾਣੀ ਫਿਰ ਰਹੇ ਸਨ ਕਿ ਇੱਕ ਹੋਰ ਲੋਥ ਦੂਰੋਂ ਆਉਂਦੀ ਦਿਸੀ। ਇਹ ਲੋਥ ਵੀ ਕਸ਼ਮੀਰ ਤੋਂ ਹੀ ਆਈ ਸੀ, ਜਿੱਥੇ ਲੜਾਈ ਲੱਗੀ ਹੋਈ ਸੀ। ਇੱਕ ਮੋਗੇ ਤੇ ਖਲੋ ਕੇ ਚੋਖੇ ਸਾਰੇ ਸਿਪਾਹੀ ਇਸ ਰੁੜਦੀ ਆਉਂਦੀ ਲਾਸ਼ ਨੂੰ ਵੇਖਣ ਲੱਗ ਪਏ। ਇੱਥੇ ਖਲੋਤਿਆਂ ਇੱਕ ਛਾਛੀ ਦਾ ਮਨ ਲੋਥ ਤੋਂ ਪਿਛਾਂਹ ਟੁਰਦਾ ਕਸ਼ਮੀਰ ਅੱਪੜ ਗਿਆ, ਜਿੱਥੋਂ ਇਹ ਲੋਥ ਆਈ ਸੀ, ਜਿੱਥੇ ਬੰਦੇ ਮਰ ਰਹੇ ਸਨ, ਹਿੰਦੂ ਤੇ ਮੁਸਲਮਾਨ। ਜਿਸ ਬੰਦੇ ਦੀ ਇਹ ਲਾਸ਼ ਸੀ ਉਹ ਭਲਾ ਹਿੰਦੂ ਸੀ ਕਿ ਮੁਸਲਮਾਨ, ਉਸਨੇ ਦਿਲ ਵਿੱਚ ਸੋਚਿਆ ਤੇ ਫਿਰ ਉੱਚੀ ਕਿਹਾ, ਆਓ ਭਈ ਵੇਖੀਏ, ਹਿੰਦੂ ਹੈ ਕਿ ਮੁਸਲਮਾਨ। ਉਸਦੀ ਇਹ ਗੱਲ ਸੁਣ ਕੇ ਮੈਨੂੰ ਕੁਝ ਹੈਰਾਨੀ ਜਿਹੀ ਹੋਈ। ਇਹ ਰੁੜਦੇ ਆਉਂਦੇ ਫੁੱਲੇ ਹੋਏ ਪਿਲ ਕਰਦੇ ਮੁਰਦੇ ਵੀ ਹਿੰਦੂ ਮੁਸਲਮਾਨ ਹੋ ਸਕਦੇ ਹਨ। ਇਹ ਮੈਨੂੰ ਪਹਿਲੇ ਕਦੀ ਖਿਆਲ ਨਹੀਂ ਆਇਆ ਸੀ, ਪਰ ਹੋ ਕਿਉਂ ਨਹੀਂ ਸਕਦੇ ਸਨ? ਜੇ ਲੜਨ ਵਾਲੇ ਬੰਦੇ ਹਿੰਦੂ ਜਾਂ ਮੁਸਲਮਾਨ ਸਨ ਤਾਂ ਉਹਨਾਂ ਦੇ ਨਹਿਰਾਂ ਵਿੱਚ ਰੁੜਦੇ ਮੁਰਦੇ ਵੀ ਹਿੰਦੂ ਸਨ ਜਾਂ ਮੁਸਲਮਾਨ। ਪਲੋ ਪਲੀ ਵਿੱਚ ਉਹ ਛਾਛੀ ਕੱਪੜੇ ਲਾਹ ਕੇ ਨਹਿਰ ਦੇ ਵਿੱਚ ਜਾ ਵੜਿਆ ਤੇ ਉਸ ਮੁਰਦੇ ਨੂੰ ਹੱਥਾਂ ਨਾਲ ਧਿੱਕ ਕੇ ਕੰਢੇ ਵੱਲ ਲਿਆਉਣ ਲੱਗ ਪਿਆ। ਅਸੀਂ ਵੀ ਸਾਰੇ ਹੌਲੀ ਟੁਰਦੇ ਉੱਥੇ ਜਾ ਅੱਪੜੇ ਜਿੱਥੇ ਮੁਰਦਾ ਕੰਢੇ ਲੱਗਣਾ ਸੀ। ਉਸ ਨੂੰ ਧਰੂ ਕੇ ਅਸਾਂ ਪਟੜੀ ਤੇ ਲਟਾ ਦਿੱਤਾ। ਫੁੱਲ ਕੇ ਉਸਦੀ ਹਰ ਸ਼ੈ ਮੋਟੀ ਤੇ ਡਰਾਉਣੀ ਹੋ ਗਈ ਹੋਈ ਸੀ। ਉਸਦੀ ਖੱਲ ਪੱਛੀ ਤੇ ਪਿਲ ਕਰ ਰਹੀ ਸੀ। ਉਸ ਕੋਲੋਂ ਬੋ ਵੀ ਆ ਰਹੀ ਸੀ, ਪਰ ਉਸ ਵੇਲੇ ਕਿਸੇ ਦਾ ਇਸ ਗੱਲ ਵੱਲ ਧਿਆਨ ਨਾ ਗਿਆ। ਹਰ ਇੱਕ ਦੇ ਮਨ ਤੇ ਇਹ ਸਵਾਲ ਸਵਾਰ ਸੀ, ਇਹ ਹਿੰਦੂ ਹੈ ਕਿ ਮੁਸਲਮਾਨ? ਇੱਕ ਛਾਛੀ ਨੇ ਝਟਪਟ ਉਸਦੀ ਨਿੱਕਰ ਦੇ ਬਟਨ ਖੋਲ੍ਹਣੇ ਸ਼ੁਰੂ ਕੀਤੇ ਤੇ ਅਸਾਂ ਸਾਰਿਆਂ ਇਸ ਇਮਤਿਹਾਨ ਦੇ ਨਤੀਜੇ ਵੱਲ ਅੱਖਾਂ ਲਾ ਦਿੱਤੀਆਂ। ਲਓ,
ਮੁਰਦਾ ਤੇ ਸਾਫ਼ ਹਿੰਦੂ ਸੀ। ਉੱਥੇ ਖੜੇ ਛਾਛੀਆਂ ਦੇ ਚਿਹਰੇ ਇੱਕਦਮ ਖਿੜ ਗਏ ਤੇ ਗੜਵਾਲੀਆਂ ਦੇ ਡਿੱਗ ਗਏ। ਹਿੰਦੂ ਸੀ ਵਿਚਾਰਾ, ਇੱਕ ਛਾਛੀ ਨੇ ਜੇਤੂ ਹਮਦਰਦੀ ਨਾਲ ਕਿਹਾ। ਆਹੋ, ਦੋ ਹੋਰ ਛਾਛੀਆਂ ਨੇ ਸਿਰ ਹਿਲਾ ਕੇ ਤਾਈਦ ਕੀਤੀ। ਕਿਸੇ ਗੜਵਾਲੀ ਨੇ ਇਸ ਗੱਲ ਨੂੰ ਟੋਕਿਆ ਨਾ। ਛਾਛੀਆਂ ਨੇ ਮੁਰਦੇ ਨੂੰ ਫਿਰ ਪਾਣੀ ਵਿੱਚ ਰੋੜ ਦਿੱਤਾ ਤੇ ਉਹ ਉਸੇ ਤਰ੍ਹਾਂ ਹੀ ਪਾਣੀ ਵਿੱਚ ਤਰਨ ਲੱਗ ਪਿਆ ਜਿਵੇਂ ਉਹ ਕੋਈ ਜਲ ਜੰਤੂ ਹੀ ਹੈ। ਇਸ ਤੋਂ ਛਾਛੀਆਂ ਦਾ ਸਾਰਾ ਸਹਿਮ ਜਾਂਦਾ ਰਿਹਾ। ਉਹਨਾਂ ਦੀਆਂ ਬਾਰਕਾਂ ਦਾ ਵਾਯੂਮੰਡਲ ਵੀ ਬਦਲ ਗਿਆ। ਹੁਣ ਉਹ ਮਾਘੇ ਮਾਰ-ਮਾਰ ਕੇ ਕਵਾਲੀਆਂ ਪੜ੍ਹਦੇ ਤੇ ਬੋਲੀਆਂ ਪਾਉਂਦੇ। ਉਸ ਮੁਰਦੇ ਨੇ ਉਹਨਾਂ ਵਿੱਚ ਬੜੀ ਜਾਨ ਪਾ ਦਿੱਤੀ ਸੀ। ਇਹ ਸੀ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਮੁਰਦੇ ਦੀ ਤਾਕਤ। ਆਵਾਜ਼ ਮਨਪ੍ਰੀਤ ਸਹੋਤਾ। ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਜੇ ਤੁਹਾਨੂੰ ਇਹ ਕੰਮ ਪਸੰਦ ਆਇਆ ਤਾਂ ਲਾਈਕ ਵੀ ਕਰਨਾ, ਸ਼ੇਅਰ ਵੀ ਕਰਨਾ, ਸਾਰਿਆਂ ਨੂੰ ਦੱਸਣਾ।